ਹੈਲੋ ਸਟੂਡੈਂਟਸ, ਅੱਜ ਅਸੀਂ ਟੀਚਿੰਗ ਲਰਨਿੰਗ ਪ੍ਰੋਸੈਸ ਜਿਹੜਾ ਬੀਐਡ ਸਮੈਸਟਰ 1 ਦਾ 3rd ਪੇਪਰ ਆ ਉਸ ਦਾ ਕੋਗਨੀਟਿਵ ਸਾਈਕੋਲੋਜੀ ਦਾ ਪ੍ਰਿੰਸੀਪਲਸ ਏਰੀਆਜ਼ ਤੇ ਅਪਰੋਚਿਸ ਕਰਨ ਜਾ ਰਹੇ ਹਾਂ। ਪਿਛਲੀ ਵੀਡੀਓ ਦੇ ਵਿੱਚ ਅਸੀਂ ਕੋਗਨੀਟਿਵ ਕਨਸੈਪਟ ਕੀਤਾ ਸੀ ਕੀ ਹੁੰਦਾ ਏ, ਗਿਆਨਾਤਮਕ ਸਿੱਖਣ ਜਿਹੜਾ ਹੁੰਦਾ ਏ ਉਹ ਕੀ ਹੁੰਦਾ ਏ, ਇਸ ਨੂੰ ਤੁਸੀਂ ਕਲੀਅਰ ਕੀਤਾ ਏ। ਅੱਜ ਅੱਗੇ ਇਸ ਦੇ ਅਗਲੇ ਟੌਪਿਕ ਕਰਨ ਜਾ ਰਹੇ ਹਾਂ, ਕਿਹੜੇ ਪ੍ਰਿੰਸੀਪਲਸ ਦੇ ਉੱਤੇ ਆਧਾਰਿਤ ਆ ਇਹ, ਕਿਹੜੇ ਏਰੀਆਜ਼ ਤੇ ਅਪਰੋਚਿਸ ਨੇ ਇਹਦੀਆਂ। ਜੇ ਅਸੀਂ ਥੋੜੀ ਜਿਹੀ ਇਹਦੇ ਮੀਨਿੰਗ ਤੇ ਝਾਤ ਮਾਰੀਏ ਤਾਂ ਕੋਗਨੀਟਿਵ ਸਾਈਕੋਲੋਜੀ ਕੀ ਆ, ਇਹ ਮੈਂਟਲ ਪ੍ਰੋਸੈਸ ਆ। ਮਨੁੱਖ ਲਰਨ ਕਿਵੇਂ ਕਰਦਾ ਏ, ਸਿੱਖਦਾ ਕਿਵੇਂ ਆ, ਜਾਣਦਾ ਕਿਵੇਂ ਆ, ਕਿਸ ਤਰ੍ਹਾਂ ਦਾ ਜਿਹੜਾ ਲਰਨਿੰਗ ਦੇ ਵਿੱਚ ਕਿਸ ਤਰ੍ਹਾਂ ਦੀਆਂ ਗੱਲਾਂ ਨੇ ਜਿਹੜੀਆਂ ਉਹਦੇ ਕੰਮ ਆਉਂਦੀਆਂ ਨੇ। ਤਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਕਹਾਂਗੇ ਕਿ ਜਿਹੜਾ ਮਨੁੱਖ ਦਾ ਮਨ ਆ, ਜਿਵੇਂ ਕਿ ਇਹਨਾਂ ਨੇ ਕਿਹਾ ਹੋਇਆ ਕੋਗਨੀਟਿਵ ਸਾਈਕੋਲੋਜੀ ਵਾਲਿਆਂ ਨੇ ਕਿ ਮਨੁੱਖ ਦਾ ਮਨ ਆ ਜਿਹੜਾ ਉਹ ਬਲੈਕ ਬਾਕਸ ਦੀ ਤਰ੍ਹਾਂ ਹੈ। ਤਾਂ ਇਨਫੋਰਮੇਸ਼ਨ ਆ ਜਿਹੜੀ ਉਹ ਇਹਦੇ ਵਿੱਚ ਜਾਂਦੀ ਆ, ਕਿਸ ਤਰ੍ਹਾਂ ਕਿਹੜੀ ਪ੍ਰੋਸੈਸ ਨਾਲ ਅੱਗੇ ਜਾ ਕੇ ਉਹ ਕਿਸ ਤਰ੍ਹਾਂ ਰਿਐਕਟ ਕਰਦਾ ਏ, ਕਿਰਿਆ ਦੇ ਉੱਤੇ ਕਿਵੇਂ ਪ੍ਰਤੀਕਿਰਿਆ ਕਰਦਾ ਏ, ਤਾਂ ਇਹ ਚੀਜ਼ ਹੈ ਇਹਦੇ ਵਿੱਚ। ਤਾਂ ਪਹਿਲਾਂ ਪ੍ਰਿੰਸੀਪਲਸ ਕਰਦੇ ਹਾਂ। ਸਭ ਤੋਂ ਪਹਿਲਾਂ ਸਾਡੇ ਕੋਲ ਸੈਂਸੇਸ਼ਨ, 5 ਪ੍ਰਿੰਸੀਪਲਸ ਦੇ ਉੱਤੇ ਅਸੀਂ ਕਹਿੰਦੇ ਹਾਂ ਕਿ ਇਹ ਸਿਧਾਂਤ ਆ ਜਿਹੜਾ ਉਹ ਸਾਈਕੋਲੋਜੀ ਹੈ ਜਿਹੜੀ ਉਹ ਕੰਮ ਕਰਦੀ ਆ। ਸੈਂਸੇਸ਼ਨ, ਪਰਸੈਪਸ਼ਨ, ਅਟੈਂਸ਼ਨ, ਐਨਕੋਡਿੰਗ ਐਂਡ ਮੈਮਰੀ। ਤਾਂ ਪਹਿਲਾਂ ਸਭ ਤੋਂ ਅਸੀਂ ਕਰਾਂਗੇ ਸੈਂਸੇਸ਼ਨ। ਸੈਂਸੇਸ਼ਨ ਕੀ ਹੁੰਦੀ ਆ, ਮੈਂ ਤੁਹਾਨੂੰ ਐਗਜ਼ਾਮਪਲ ਰਾਹੀਂ ਦੱਸਦੀ ਹਾਂ। ਸਭ ਤੋਂ ਪਹਿਲਾਂ ਕਿ ਜਿਵੇਂ ਅਸੀਂ ਕਿਸੇ ਗਰਮ ਚੀਜ਼ ਨੂੰ ਹੱਥ ਲਗਾਉਂਦੇ ਹਾਂ, ਅਸੀਂ ਨਹੀਂ ਜਾਣਦੇ ਕਿ ਕੋਈ ਵੀ ਚੀਜ਼ ਆ ਜਿਹੜੀ ਉਹਨੂੰ ਟੱਚ ਕਰਾਂਗੇ ਤਾਂ ਉਹ ਗਰਮ ਆ। ਤਾਂ ਸਾਨੂੰ ਜਦੋਂ ਅਸੀਂ ਟੱਚ ਕਰਦੇ ਹਾਂ ਤਾਂ ਸਾਨੂੰ ਇੱਕ ਜਿਹੜੀ ਆ ਉਹ ਪਤਾ ਲੱਗ ਜਾਂਦੀ ਹੈ, ਸਾਡੀ ਸੈਂਸਿਟੀਵਿਟੀ ਆ ਜਿਹੜੀ ਉਹ ਇਹ ਸੁਣ ਲੈਂਦੀ ਆ, ਇਨਫੋਰਮੇਸ਼ਨ ਕਲੈਕਟ ਕਰ ਲੈਂਦੀ ਆ ਕਿ ਨਹੀਂ ਇਹ ਚੀਜ਼ ਗਰਮ ਆ। ਜਦੋਂ ਅਸੀਂ ਦੁਬਾਰਾ ਤੋਂ ਫਿਰ ਉਸੇ ਚੀਜ਼ ਵੱਲ ਨੂੰ ਜਾਵਾਂਗੇ ਤਾਂ ਸਾਨੂੰ ਆਪਣੇ ਆਪ ਜਿਹੜੀ ਸੂਚਨਾ ਹੈ ਉਹ ਮਿਲ ਜਾਂਦੀ ਆ ਕਿ ਨਹੀਂ ਇਹ ਚੀਜ਼ ਗਰਮ ਆ। ਤਾਂ ਇਹ ਪ੍ਰੋਸੈਸ ਕਿਵੇਂ ਚੱਲਦੀ ਹੈ, ਇਹ ਸੈਂਸੇਸ਼ਨ ਬੋਲਦੇ ਨੇ ਇਸ ਨੂੰ। ਤਾਂ ਇਹ ਜਿਹੜੀ ਪ੍ਰੋਸੈਸ ਆ ਫਿਜ਼ੀਕਲੀ ਆਊਟਸਾਈਡ ਦੀ ਪ੍ਰੋਸੈਸ ਆ, ਜਿਹੜੀ ਬਾਹਰੋਂ ਪ੍ਰੇਰਨਾ ਲੈ ਕੇ ਅਸੀਂ ਸਿੱਖਦੇ ਹਾਂ ਅਤੇ ਸਿੱਖਣ ਤੋਂ ਬਾਅਦ ਉਸ 'ਤੇ ਪ੍ਰਤੀਕਿਰਿਆ ਕਰਦੇ ਹਾਂ। ਫਿਰ ਹੈ ਪਰਸੈਪਸ਼ਨ। ਤਾਂ ਜਿਹੜੀ ਵੀ ਅਸੀਂ ਸੈਂਸੇਸ਼ਨ ਦੀ ਪ੍ਰੋਸੈਸ ਕੀਤੀ ਆ, ਮੀਨਜ਼ ਅਸੀਂ ਸਿੱਖ ਲਈ ਵੀ ਇਹ ਚੀਜ਼ ਗਰਮ ਆ, ਇਹ ਚੀਜ਼ ਠੰਡੀ ਆ, ਤਾਂ ਸਾਨੂੰ ਕਿਹਦੇ ਵੱਲ ਜਾਣਾ ਚਾਹੀਦਾ, ਕਿਹਦੇ ਵੱਲ ਨਹੀਂ ਜਾਣਾ ਚਾਹੀਦਾ, ਇਹ ਚੀਜ਼ ਜਿਹੜੀ ਅਸੀਂ ਪਰਸੈਪਸ਼ਨ 'ਚ ਕਰਾਂਗੇ। ਤਾਂ ਅਸੀਂ ਕੀ ਕਰਦੇ ਹਾਂ, ਇੱਥੇ ਜੋ ਵੀ ਅਸੀਂ ਇਨਫੋਰਮੇਸ਼ਨ ਲੈਂਦੇ ਹਾਂ ਸੈਂਸੇਸ਼ਨ ਦੇ ਥਰੂ, ਤਾਂ ਉਸ ਨੂੰ ਰੀਪ੍ਰਜੈਂਟ ਕਰਦੇ ਹਾਂ ਜਾਂ ਇਹ ਕਹਿ ਲਓ ਕਿ ਕਨਸੈਪਟ ਬਣਾ ਲੈਂਦੇ ਹਾਂ ਮਾਈਂਡ ਦੇ ਵਿੱਚ, ਜਾਂ ਅਸੀਂ ਇਹ ਕਹਿ ਲੈਂਦੇ ਹਾਂ ਕਿ ਇਸ ਤੋਂ ਵਧੀਆ ਕਿਵੇਂ ਹੋ ਸਕਦਾ ਹੈ, ਗਰਮ ਚੀਜ਼, ਠੰਡੀ ਚੀਜ਼, ਬਹੁਤ ਜ਼ਿਆਦਾ ਠੰਡੀ ਚੀਜ਼, ਬਹੁਤ ਜ਼ਿਆਦਾ ਗਰਮ ਚੀਜ਼, ਇਸ ਤਰ੍ਹਾਂ ਦੀਆਂ ਜਿਹੜੀਆਂ ਧਾਰਨਾਵਾਂ ਨੇ। ਤਾਂ ਉਹ ਜੋ ਵੀ ਇਨਫੋਰਮੇਸ਼ਨ ਮਿਲਦੀ ਹੈ ਸਾਨੂੰ, ਉਹ ਸਾਰੀ ਅਸੀਂ ਇੰਟਰਪ੍ਰੇਟ ਕਰਦੇ ਜਾਂਦੇ ਹਾਂ ਮਾਈਂਡ ਦੇ ਵਿੱਚ ਕਿ ਸਾਡੀਆਂ ਧਾਰਨਾਵਾਂ ਬਣਦੀਆਂ ਜਾਂਦੀਆਂ ਨੇ। ਫਿਰ ਅੱਗੇ ਹੈਗਾ ਅਟੈਂਸ਼ਨ। ਕਹਿੰਦਾ ਅਟੈਂਸ਼ਨ ਇਜ਼ ਸਮਥਿੰਗ ਵਿਚ ਕੰਸਨਟਰੇਟਿੰਗ ਟੂ ਵਨ ਥਿੰਗ that is the most important than others, most important than others। ਤਾਂ ਅਟੈਂਸ਼ਨ ਕੀ ਆ, ਅਸੀਂ ਉਸ ਚੀਜ਼ ਵੱਲ ਜ਼ਿਆਦਾ ਧਿਆਨ ਦਿੰਦੇ ਹਾਂ ਜੋ ਦੂਜਿਆਂ ਨਾਲੋਂ ਜ਼ਿਆਦਾ ਇੰਪੋਰਟੈਂਟ ਹੁੰਦੀ ਆ। ਤਾਂ ਅਸੀਂ ਜੇ ਇਸੇ ਐਗਜ਼ਾਮਪਲ ਨੂੰ ਅੱਗੇ ਲੈ ਕੇ ਚੱਲੀਏ ਤਾਂ ਸਾਨੂੰ ਪਤਾ ਹੋਊਗਾ ਕਿ ਉਹ ਗਲਾਸ 'ਚ ਗਰਮ ਪਾਣੀ ਆ, ਤਾਂ ਸਾਡੀ ਅਟੈਂਸ਼ਨ ਉੱਥੇ ਹੀ ਆ ਕਿ ਸਾਡਾ ਹੱਥ ਮੱਚਿਆ ਸੀ ਤਾਂ ਅਸੀਂ ਉਹ ਗਰਮ ਪਾਣੀ ਨੂੰ ਟੱਚ ਨਹੀਂ ਕਰਨਾ, ਕਿਉਂਕਿ ਸਾਡੇ ਆਲੇ ਦੁਆਲੇ ਜੋ ਵੀ ਚੀਜ਼ਾਂ ਨੇ ਸਾਨੂੰ ਉਸ ਤੋਂ ਜ਼ਿਆਦਾ ਅਟੈਂਸ਼ਨ ਉਸ ਚੀਜ਼ ਦੀ ਹੋਊਗੀ। ਜਾਂ ਇਹ ਕਹਿ ਲਓ ਕਿ ਅਸੀਂ ਉਹ ਚੀਜ਼ ਵੱਲ ਜ਼ਿਆਦਾ ਅਟੈਂਸ਼ਨ ਦਿੰਦੇ ਹਾਂ ਜੋ ਸਾਊਂਡ ਵਜੋਂ ਜਾਂ ਸੈਂਸੇਸ਼ਨ ਵਜੋਂ, ਜਾਂ ਇਹ ਕਹਿ ਲਓ ਕਿ ਆਪਣੀ ਜਿਹੜੀ ਅਟਰੈਕਟਿਵਨੈਸ ਆ ਉਹਦੇ ਵਜੋਂ ਸਾਡਾ ਧਿਆਨ ਖਿੱਚਦੀ ਹੈ, ਤਾਂ ਉਸ ਨੂੰ ਅਟੈਂਸ਼ਨ ਬੋਲਦੇ ਨੇ। ਇਹ ਸੀਗੇ ਪਹਿਲੇ 3 ਪ੍ਰਿੰਸੀਪਲਸ। ਅੱਗੇ ਪ੍ਰਿੰਸੀਪਲ ਹੈ ਐਨਕੋਡਿੰਗ ਅਤੇ ਮੈਮਰੀ। ਹੁਣ ਐਨਕੋਡਿੰਗ ਕੀ ਹੈ, when information comes into our memory system from sensory inputs
It needs to be changed into form that the system can cope with so that it can be stored। ਤਾਂ ਇਸ ਤਰ੍ਹਾਂ ਦੀ ਜਿਹੜੀ ਸਿਸਟਮ ਆ ਉਹਨੂੰ ਐਨਕੋਡਿੰਗ ਬੋਲਿਆ ਜਾਂਦਾ ਕਿ ਜੋ ਵੀ ਚੇਂਜ, ਜੋ ਵੀ ਸਾਡੇ ਮਾਈਂਡ ਦੇ ਵਿੱਚ ਕਨਸੈਪਟ ਬੈਠੇ ਨੇ ਤਾਂ ਉਹਨਾਂ ਨੂੰ ਅੱਗੇ ਜਿਹੜਾ ਇਹ ਚੇਂਜ ਕਿਵੇਂ ਕਰਨਾ, ਜਾਂ ਉਹਨਾਂ ਨਾਲ ਰਹਿਣਾ ਕਿਵੇਂ ਆ, ਜਾਂ ਉਹਨਾਂ ਨਾਲ ਜਿਹੜਾ ਇਹ ਐਡਜਸਟ ਕਿਵੇਂ ਕਰਨਾ ਹੈ। ਤਾਂ ਜੋ ਵੀ ਇਨਫੋਰਮੇਸ਼ਨ ਅਸੀਂ ਲੈਂਦੇ ਹਾਂ ਉਸ ਨੂੰ ਆਪਣੇ ਹਿਸਾਬ ਨਾਲ ਕਿਵੇਂ ਸੈੱਟ ਕਰਨਾ ਹੈ ਅਸੀਂ। ਤਾਂ ਇਹਦੇ ਵਿੱਚ 3 ਮੇਨ ਢੰਗ ਹੁੰਦੇ ਨੇ, ਵਿਜ਼ੂਅਲ, ਅਕਸਟਿਕ ਤੇ ਸਿਮੈਂਟਿਕ। ਵਿਜ਼ੂਅਲ ਹੁੰਦਾ ਪਿਕਚਰਸ, ਮੀਨਸ ਸਾਨੂੰ ਦਿਖਾਈ ਦੇਣ ਵਾਲੀ ਚੀਜ਼। ਫਿਰ ਹੈ ਸਾਊਂਡ, ਆਵਾਜ਼ ਰਾਹੀਂ ਅਸੀਂ ਜਿਹੜੀ ਹੈ ਮੈਮਰੀ ਸੈੱਟ ਕਰ ਲੈਂਦੇ ਹਾਂ ਆਪਣੀ, ਜਾਂ ਇਹ ਕਹਿ ਲਓ ਕਿ ਆਵਾਜ਼ ਰਾਹੀਂ ਅਸੀਂ ਕਨਸੈਪਟ ਸੈੱਟ ਕਰ ਲੈਂਦੇ ਹਾਂ। ਫਿਰ ਹੈ ਮੀਨਿੰਗ, ਜਾਂ ਅਸੀਂ ਮੀਨਿੰਗ ਕੱਢ ਲੈਂਦੇ ਹਾਂ ਕਿਸੇ ਚੀਜ਼ ਦਾ ਵੀ ਇਹ ਜਿਹੜੀ ਇੱਥੇ ਬਹੁਤ ਜ਼ਿਆਦਾ ਗਰਮੀ ਆ, ਇੱਥੇ ਬਹੁਤ ਜ਼ਿਆਦਾ ਠੰਡ ਆ, ਇੱਥੇ ਜਿਹੜੀ ਨੌਲੇਜ ਘੱਟ ਆ, ਇੱਥੇ ਨੌਲੇਜ ਵੱਧ ਆ, ਜਾਂ ਇੱਥੇ ਮੇਰੇ ਕੰਮ ਦੀ ਗੱਲ ਹੈਗੀ ਉੱਥੇ ਨਹੀਂ ਹੈਗੀ, ਮੀਨਿੰਗ ਕੱਢ ਲੈਂਦੇ ਅਸੀਂ। ਤਾਂ ਇਹਨੂੰ ਐਨਕੋਡਿੰਗ ਬੋਲਦੇ ਨੇ। ਅਗਲਾ ਜਿਹੜਾ ਪ੍ਰਿੰਸੀਪਲ ਹੈ ਮੈਮਰੀ, ਮੈਮਰੀ ਸ਼ਾਰਟ ਟਰਮ ਦੀ ਵੀ ਹੋ ਸਕਦੀ ਹੈ, ਲੌਂਗ ਟਰਮ ਦੀ ਵੀ ਹੋ ਸਕਦੀ ਹੈ, ਸੈਂਸਰੀ ਮੈਮਰੀ ਵੀ ਹੋ ਸਕਦੀ ਹੈ। ਤਾਂ ਮੈਮਰੀ ਕੀ ਹੈ? ਮੈਮਰੀ ਇਜ਼ ਦਾ ਐਬਿਲਿਟੀ ਟੂ ਕੀਪ ਐਂਡ ਰਿਮਾਈਂਡ ਦਾ ਇਨਫੋਰਮੇਸ਼ਨ ਇਨ ਆਰ ਮਾਈਂਡ। ਸਾਡੇ ਮਾਈਂਡ ਦੇ ਵਿੱਚ ਜਿਹੜੀ ਚੀਜ਼ ਆ ਉਹਨੂੰ ਸੈੱਟ ਕਰਨ ਤੋਂ ਬਾਅਦ ਅਸੀਂ ਉਹਨੂੰ ਫਿਕਸ ਕਰ ਲੈਂਦੇ ਹਾਂ, ਜਦੋਂ ਉਹਨੂੰ ਮੈਮਰੀ ਬੋਲਦੇ ਨੇ। ਤਾਂ ਇਹ ਥੋੜ੍ਹੇ ਸਮੇਂ ਲਈ ਵੀ ਅਸੀਂ ਇਹ ਚੀਜ਼ ਕਰ ਲੈਂਦੇ ਹਾਂ, ਲੰਬੇ ਸਮੇਂ ਲਈ ਵੀ ਸਾਡੀ ਮੈਮਰੀ ਆ ਜਿਹੜੀ ਉਹ ਚੀਜ਼ ਨੂੰ ਅਡੋਪਟ ਕਰਦੀ ਆ ਜਾਂ ਫਿਕਸ ਕਰਦੀ ਆ। ਇਸ ਤੋਂ ਇਲਾਵਾ ਸੈਂਸਰੀ ਆ, ਮੀਨਸ ਸੈਂਸਿਸ ਰਾਹੀਂ ਵੀ ਅਸੀਂ ਜਿਹੜੀ ਮੈਮਰੀ ਆ, ਅਸੀਂ ਕਹਿੰਦੇ ਨਹੀਂ ਕਿ ਜਿੰਨੀਆਂ ਸੈਂਸਿਸ ਸਾਡੀਆਂ ਲਰਨਿੰਗ ਦੇ ਵਿੱਚ ਜ਼ਿਆਦਾ ਕੰਮ ਆਉਂਦੀਆਂ ਨੇ ਤਾਂ ਸਾਡੀ ਮੈਮਰੀ ਆ ਜਿਹੜੀ ਉਹਦੇ ਨਾਲ ਫਿਕਸ ਹੋ ਜਾਂਦੀ ਆ। ਉਹ ਚੀਜ਼ ਅਸੀਂ ਕਦੇ ਭੁੱਲਦੇ ਨਹੀਂ ਹੈ, ਜਾਂ ਇਹ ਕਹਿ ਲਓ ਕਿ ਸੈਂਸਿਸ ਰਾਹੀਂ ਸਿੱਖਿਆ ਹੋਇਆ ਜਿਹੜਾ ਉਹ ਜ਼ਿਆਦਾ ਦੇਰ ਤੱਕ ਯਾਦ ਰਹਿੰਦਾ। ਤਾਂ ਇਹ ਸੀਗੇ ਪ੍ਰਿੰਸੀਪਲਸ ਕੈਗਨੀਟਿਵ ਸਾਈਕੋਲੋਜੀ ਦੇ। ਅੱਗੇ ਸਾਡੇ ਕੋਲ ਇਹਦੀਆਂ ਅਪਰੋਚਿਸ ਨੇ, ਐਕਸਪੈਰੀਮੈਂਟਲ ਕੈਗਨੀਟਿਵ ਸਾਈਕੋਲੋਜੀ, ਕੰਪਿਊਟੇਸ਼ਨਲ ਕੈਗਨੀਟਿਵ ਸਾਈਕੋਲੋਜੀ ਤੇ ਨਿਊਰਲ ਕੈਗਨੀਟਿਵ ਸਾਈਕੋਲੋਜੀ। ਤਾਂ ਹੁਣ ਐਕਸਪੈਰੀਮੈਂਟਲ ਕੈਗਨੀਟਿਵ ਸਾਈਕੋਲੋਜੀ ਹੈ ਜਿਹੜੀ, ਇਹ ਕਿਹਦੇ ਬੇਸ 'ਤੇ ਆ? ਇਹ ਸਾਇੰਟੀਫਿਕ ਜਿਹੜੀ ਆ ਅਪਰੋਚ ਕਹਿ ਸਕਦੇ ਹਾਂ ਇਹਨੂੰ ਅਸੀਂ, ਜਿਹੜੀ ਕਿ ਐਕਸਪੈਰੀਮੈਂਟਸ ਦੇ ਬੇਸ ਦੇ ਉੱਤੇ ਆ। ਜਦੋਂ ਅਸੀਂ ਕੋਈ ਵੀ ਤਜਰਬਾ ਲੈਂਦੇ ਹਾਂ ਉਸ ਨੂੰ ਅੱਗੇ ਇਨਵੈਸਟੀਗੇਟ ਕਰਦੇ ਹਾਂ ਤਾਂ ਉਹ ਸਾਡੇ ਤਜਰਬੇ ਨੇ ਜਿਹੜੇ ਉਹ ਪੱਕੇ ਹੋ ਜਾਂਦੇ ਨੇ ਜਦੋਂ ਸਾਡੇ ਸਹੀ ਹੁੰਦੇ ਨੇ। ਫਿਰ ਹੈਗਾ ਜੀ ਜਿਹੜੀ ਕੰਪਿਊਟੇਸ਼ਨਲ ਕੈਗਨੀਟਿਵ ਸਾਈਕੋਲੋਜੀ ਆ, ਇਹ ਮੈਥਮੈਟੀਕਲ ਸਟੱਡੀ ਬੋਲ ਸਕਦੇ ਹਾਂ। ਇਹਦੇ ਵਿੱਚ ਅਸੀਂ ਜਿਹੜਾ ਨਮੈਰੀਕਲੀ ਡਾਟਾ ਹੈ ਜਿਹੜਾ ਉਹਨੂੰ ਅਸੀਂ ਸਿੰਬਲਸ ਰਾਹੀਂ ਪੇਸ਼ ਕਰਦੇ ਹਾਂ, ਜਾਂ ਅਸੀਂ ਦੱਸਦੇ ਹਾਂ, ਜਿਵੇਂ 2 4 10 20 ਸਾਨੂੰ ਪਤਾ ਲੱਗ ਜਾਂਦਾ ਕਿ ਇਹ ਕੰਪਿਊਟੇਸ਼ਨ ਕਰ ਲਈ ਅਸੀਂ, ਕਿ ਅਸੀਂ ਗਿਣਤੀ ਕਰ ਲਈ। ਐਕਸਪੈਰੀਮੈਂਟਲ 'ਚ ਅਸੀਂ ਤਜਰਬਾ ਕਰ ਲਿਆ, ਉਹਦੀ ਗਿਣਤੀ ਮਿਣਤੀ ਨਹੀਂ ਹੈਗੀ। ਫਿਰ ਹੈ ਨਿਊਰਲ ਕੈਗਨੀਟਿਵ ਸਾਈਕੋਲੋਜੀ। ਤਾਂ ਇਹਦੇ ਵਿੱਚ ਕੀ ਆ? ਇਹਦੇ ਵਿੱਚ ਅਸੀਂ ਬ੍ਰੇਨ ਦੀ ਇਮੈਜੀਨੇਸ਼ਨ ਦੇਖਦੇ ਹਾਂ ਕਿ ਕਿੰਨੀ ਇਮੈਜੀਨੇਸ਼ਨ ਜਿਹੜੀ ਆ ਉਹ ਬ੍ਰੇਨ ਕਰ ਸਕਦਾ ਹੈ, ਕਿਸ ਢੰਗ ਨਾਲ ਅਸੀਂ ਜਿਹੜੀਆਂ ਚੀਜ਼ਾਂ ਨੂੰ ਇਮੈਜਿਨ ਕਰਕੇ ਅੱਗੇ ਪੇਸ਼ ਕਰ ਸਕਦੇ ਹਾਂ, ਪ੍ਰੈਜ਼ੈਂਟ ਕਰ ਸਕਦੇ ਹਾਂ। ਤਾਂ ਇਹਦੇ ਵਿੱਚ ਹਿਊਮਨ ਜਿਹੜੀ ਕੈਗਨੀਟਿਵਿਜ਼ਮ ਆ ਉਹਦੇ ਵਿੱਚ ਇਹੀ ਦੇਖਦੇ ਨੇ ਕਿ ਹਿਊਮਨ ਮਾਈਂਡ ਆ ਜਿਹੜਾ ਉਹ ਕਿੰਨੀ ਇਨਫੋਰਮੇਸ਼ਨ ਆ ਜਿਹੜੀ ਉਹ ਕਿਸ ਢੰਗ ਨਾਲ ਇਮੈਜਿਨ ਕਰਕੇ ਅੱਗੇ ਪੇਸ਼ਕਾਰੀ ਦੇ ਵਿੱਚ ਕੰਮ ਲੈ ਕੇ ਆਉਂਦਾ ਹੈ। ਤਾਂ ਇਹ 3 ਅਪਰੋਚਿਸ ਸੀਗੀਆਂ ਇਹਦੀਆਂ। ਅੱਗੇ ਇਸ ਦੇ ਅਸੀਂ ਏਰੀਆਜ਼ ਕਰਦੇ ਹਾਂ। ਇਹ ਜਿਹੜੀ ਸਾਈਕੋਲੋਜੀ ਆ ਇਹਦੇ ਕਿਹੜੇ ਕਿਹੜੇ ਏਰੀਆਜ਼ ਨੇ? ਸਭ ਤੋਂ ਪਹਿਲਾਂ ਹੈਗਾ ਪਰਸੈਪਸ਼ਨ। ਇਹਦੇ ਵਿੱਚ ਤੁਸੀਂ ਜਿਵੇਂ ਅਸੀਂ ਪਹਿਲਾਂ ਵੀ ਗੱਲ ਕੀਤੀ ਆ ਕਿ ਜਿਹੜੀ ਦੇਖਣ ਦੀ, ਸੁਣਨ ਦੀ, ਗ੍ਰਹਿਣ ਕਰਨ ਦੀ ਜਿਹੜੀ ਸਾਡੀ ਕਪੈਸਿਟੀ ਆ, ਕਿਸੇ ਵੀ ਚੀਜ਼ ਨੂੰ, ਕਿਸੇ ਵੀ ਏਰੀਆ ਨੂੰ ਜਾਂ ਕਿਸੇ ਵੀ ਐਕਸਪੀਰੀਅੰਸ ਨੂੰ ਗ੍ਰਹਿਣ ਕਰਨ ਦੀ ਜਿਹੜੀ ਸਾਡੀ ਕਪੈਸਿਟੀ ਆ, ਜਾਂ ਇਹ ਕਹਿ ਲਓ ਕਿ ਸੈਂਸਿਸ ਰਾਹੀਂ ਜਿਹੜਾ ਕੁਛ ਅਸੀਂ ਗ੍ਰਹਿਣ ਕਰਦੇ ਹਾਂ ਉਹ ਚੀਜ਼ ਇਸ ਏਰੀਏ ਦੇ ਵਿੱਚ ਆਉਂਦੀ ਹੈ ਕਿ ਅਸੀਂ ਕਿੰਨੀਆਂ ਚੀਜ਼ਾਂ ਨੂੰ ਕਿਸ ਢੰਗ ਨਾਲ ਕਿਸ ਮੌਕੇ 'ਤੇ ਗ੍ਰਹਿਣ ਕਰ ਸਕਦੇ ਹਾਂ। ਫਿਰ ਹੈ ਅਟੈਂਸ਼ਨ। ਤਾਂ ਅਟੈਂਸ਼ਨ ਦੇ ਵਿੱਚ
ਅਸੀਂ ਜਿਹੜੀਆਂ ਪ੍ਰੋਬਲਮਸ ਨੇ ਉਹਨਾਂ ਵੱਲ ਕਿੰਨਾ ਕੁ ਧਿਆਨ ਦਿੰਦੇ ਹਾਂ, ਜਾਂ ਅਸੀਂ ਆਪਣੇ ਜਿਹੜੀਆਂ ਕੰਮ ਦੀਆਂ ਚੀਜ਼ਾਂ ਨੇ ਉਹਨਾਂ ਵੱਲ ਜ਼ਿਆਦਾ ਧਿਆਨ ਦਿੰਦੇ ਹਾਂ, ਜਾਂ ਦੂਸਰੀਆਂ ਚੀਜ਼ਾਂ ਵੱਲ ਅਸੀਂ ਘੱਟ ਧਿਆਨ ਦਿੰਦੇ ਹਾਂ। ਜਿਵੇਂ ਅਸੀਂ ਕਹਿ ਦਿੰਦੇ ਹੁੰਦੇ ਹਾਂ ਕਈ ਵਾਰੀ ਕਿ ਜਿਹੜੀ ਅਸੀਂ ਜਿਸ ਜਿਸ ਗੱਲ ਤੱਕ ਸਾਨੂੰ ਮਤਲਬ ਨਹੀਂ ਹੁੰਦਾ, ਅਸੀਂ ਕਹਿ ਦਿੰਦੇ ਸਾਨੂੰ ਸੁਣਾਈ ਨਹੀਂ ਦਿੱਤੀ, ਇਟ ਮੀਨਸ ਅਸੀਂ ਅਟੈਂਸ਼ਨ ਨਹੀਂ ਦਿੱਤੀ ਉਹਦੇ ਵੱਲ। ਤਾਂ ਜੋ ਚੀਜ਼ ਸਾਡੇ ਮਤਲਬ ਦੀ ਹੁੰਦੀ ਹੈ ਅਸੀਂ ਉਸ ਚੀਜ਼ ਵੱਲ ਅਟੈਂਸ਼ਨ ਦੇ ਦਿੰਦੇ ਹਾਂ। ਫਿਰ ਹੈ ਲਰਨਿੰਗ। ਤਾਂ ਲਰਨਿੰਗ ਹੈ ਜਿਹੜੀ ਉਹ ਰਿਸਪੌਂਸਿਸ ਰਾਹੀਂ ਇੰਪਰੂਵ ਕਰਦੀ ਆ। ਤਾਂ ਜੋ ਜੋ ਅਸੀਂ ਐਕਸਪੀਰੀਐਂਸਿਸ ਲੈਂਦੇ ਹਾਂ, ਅਟੈਂਸ਼ਨ ਜਿਹੜੀਆਂ ਗੱਲਾਂ ਵੱਲ ਦਿੰਦੇ ਹਾਂ, ਤਾਂ ਲਰਨਿੰਗ ਵੀ ਉਸੇ ਢੰਗ ਨਾਲ ਚੱਲਦੀ ਆ ਕਿ ਅਸੀਂ ਸਿੱਖਦੇ ਜਾਂਦੇ ਹਾਂ। ਜੋ ਸਾਡੀ ਸਿੱਖਣ ਦੀ ਕਪੈਸਿਟੀ ਆ ਉਹ ਵੱਧਦੀ ਜਾਂਦੀ ਹੈ। ਫਿਰ ਹੈ ਮੈਮਰੀ। ਤਾਂ ਅਸੀਂ ਸਿੱਖਿਆ ਹੋਇਆ, ਜਿਹੜਾ ਅਡੋਪਟ ਕੀਤਾ ਹੋਇਆ, ਐਕਸਪੀਰੀਅੰਸ ਲਿਆ ਹੋਇਆ, ਜਾਂ ਜਿਹਦੇ ਵੱਲ ਅਸੀਂ ਧਿਆਨ ਕੀਤਾ, ਉਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਉਹ ਕਿੰਨੀਆਂ ਕੁ ਮੈਮਰੀ 'ਚ ਸੈੱਟ ਕਰਦੇ ਹਾਂ। ਤਾਂ ਮੈਮਰੀ ਦਾ ਏਰੀਆ ਦੇ ਵਿੱਚ ਇਹੀ ਆ ਕਿ ਮੈਮਰੀ ਦੇ ਵਿੱਚ ਫਿਕਸ ਕਰਨ ਲਈ ਸਾਨੂੰ ਕਿੰਨੀ ਜ਼ਿਆਦਾ ਇਨਫੋਰਮੇਸ਼ਨ ਆ ਜਿਹੜੀ ਉਹ ਚਾਹੀਦੀ ਆ, ਜਾਂ ਕਿੰਨਾ ਅਸੀਂ ਸਟੋਰ ਕਰ ਸਕਦੇ ਹਾਂ। ਅੱਗੇ ਕਨਸੈਪਟ ਫਾਰਮੇਸ਼ਨ ਆ। ਜਦੋਂ ਅਸੀਂ ਐਕਸਪੀਰੀਅੰਸ ਲੈਂਦੇ ਹਾਂ, ਆਪਣਾ ਸਹੀ ਧਿਆਨ ਨਾਲ ਅਸੀਂ ਸਾਰੀ ਚੀਜ਼ ਸਿੱਖਦੇ ਹਾਂ ਜਾਂ ਇਨਫੋਰਮੇਸ਼ਨ ਕਲੈਕਟ ਕਰਦੇ ਹਾਂ, ਉਸ 'ਤੇ ਲਰਨਿੰਗ ਹੁੰਦੀ ਆ, ਜਾਂ ਮੈਮਰੀ ਦੇ ਵਿੱਚ ਉਹ ਚੀਜ਼ ਫਿਕਸ ਹੁੰਦੀ ਆ। ਉਸ ਤੋਂ ਬਾਅਦ ਕਨਸੈਪਟ ਫਾਰਮੇਸ਼ਨ ਹੁੰਦੀ ਆ ਕਿ ਅਸੀਂ ਉਸ ਚੀਜ਼ ਦਾ ਦ੍ਰਿੜ ਜਿਹੜਾ ਕਨਸੈਪਟ ਆ ਉਹ ਬਿਠਾ ਲੈਂਦੇ ਹਾਂ ਜਾਂ ਬਣਾ ਲੈਂਦੇ ਹਾਂ ਕਨਸੈਪਟ ਆਪਣੇ ਮਾਈਂਡ ਦੇ ਵਿੱਚ। ਫਿਰ ਹੈ ਜਜਮੈਂਟ ਐਂਡ ਡਿਸੀਜ਼ਨ। ਤਾਂ ਅਸੀਂ ਉਸ ਇਨਫੋਰਮੇਸ਼ਨ ਦੇ ਬੇਸ 'ਤੇ ਜੋ ਸਾਡੇ ਮਾਈਂਡ ਦੇ ਵਿੱਚ ਫਿਕਸ ਹੋਈ ਵੀ ਆ, ਅਸੀਂ ਜਜਮੈਂਟ ਜਾਂ ਡਿਸੀਜ਼ਨ ਲੈਣ ਦੀ ਜਿਹੜਾ ਏਰੀਆ ਆਉਂਦਾ ਹੈ ਕਿ ਅਸੀਂ ਇਸ ਯੋਗ ਹੋ ਜਾਂਦੇ ਹਾਂ ਕਿ ਅਸੀਂ ਫੈਸਲੇ ਲੈ ਸਕੀਏ। ਫਿਰ ਹੈ ਰੀਜ਼ਨਿੰਗ। ਤਾਂ ਰੀਜ਼ਨਿੰਗ ਜਿਹੜੀ ਆ ਉਹ ਲੌਜੀਕਲ ਸਟੱਡੀ ਹੁੰਦੀ ਆ। ਤਾਂ ਅਸੀਂ ਜੋ ਵੀ ਇਨਫੋਰਮੇਸ਼ਨ ਕਲੈਕਟ ਕੀਤੀ ਹੈ, ਜੋ ਵੀ ਡਿਸੀਜ਼ਨ ਲੈਣੇ, ਜੋ ਵੀ ਕਨਸੈਪਟ ਫਾਰਮੇਸ਼ਨ ਕੀਤੀ ਆ, ਤਾਂ ਉਸ ਦੇ ਉੱਤੇ ਅਸੀਂ ਕ੍ਰਿਟੀਕਲ ਜਿਹੜੀ ਸਟੱਡੀ ਕਰਦੇ ਹਾਂ, ਅਸੀਂ ਆਪਣੇ ਮਾਈਂਡ ਦੇ ਵਿੱਚ ਰੀਜ਼ਨਿੰਗ ਕਰਦੇ ਹਾਂ। ਫਿਰ ਹੈ ਪ੍ਰੋਬਲਮ ਸੋਲਵਿੰਗ। ਜੇ ਸਾਨੂੰ ਕਿਤੇ ਕੋਈ ਪ੍ਰੋਬਲਮ ਆਉਂਦੀ ਆ, ਤਾਂ ਅਸੀਂ ਆਪਣੀ ਜੋ ਐਕਸਪੀਰੀਅੰਸ ਸਾਡੇ ਮੈਮਰੀ ਦੇ ਵਿੱਚ ਫਿਕਸ ਹੋਏ ਹੋਏ ਨੇ, ਜੋ ਵੀ ਅਸੀਂ ਕਨਸੈਪਟ ਕਲੀਅਰ ਕੀਤੇ ਹੋਏ ਨੇ, ਤਾਂ ਉਹਨਾਂ ਨੂੰ ਧਿਆਨ 'ਚ ਰੱਖਦੇ ਹੋਏ ਜੋ ਵੀ ਪ੍ਰੋਬਲਮਸ ਆਉਂਦੀਆਂ ਨੇ ਉਹਨਾਂ ਨੂੰ ਅਸੀਂ ਸੋਲਵ ਕਰਨ ਦੇ ਯੋਗ ਬਣ ਜਾਂਦੇ ਹਾਂ। ਤਾਂ ਇਹਦੇ ਵਿੱਚ ਲੈਂਗੁਏਜ ਵੀ ਕੰਮ ਆਉਂਦੀ ਹੈ। ਲੈਂਗੁਏਜ ਪ੍ਰੋਸੈਸਿੰਗ ਹੈ ਜਿਹੜੀ, ਕਿਉਂਕਿ ਅਸੀਂ ਬਹੁਤ ਸਾਰੀਆਂ ਗੱਲਾਂ ਵਰਬਲ ਨੋਨ ਵਰਬਲ ਇਸ ਢੰਗ ਨਾਲ ਕਰਦੇ ਹਾਂ, ਤਾਂ ਵਰਬਲ ਜਿਹੜੀਆਂ ਵੀ ਚੀਜ਼ ਕਰਦੇ ਹਾਂ ਅਸੀਂ ਉਹਦੇ ਵਿੱਚ ਲੈਂਗੁਏਜ ਕੰਮ ਆਉਂਦੀ ਆ। ਤਾਂ ਇਹ ਵੀ ਇੱਕ ਜਿਹੜਾ ਇਹ ਏਰੀਆ ਹੈ। ਤਾਂ ਇਸ ਤਰ੍ਹਾਂ ਨਾਲ ਜਿਹੜਾ ਇਹ ਕਨਸੈਪਟ ਆ ਉਹ ਕਲੀਅਰ ਹੁੰਦਾ ਹੈ ਤੁਹਾਡਾ। ਤਾਂ ਅੱਜ ਦੀ ਵੀਡੀਓ ਸਿਰਫ ਇੰਨਾ ਹੀ। ਅੱਗੇ ਫਿਰ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ। ਟੀਚਿੰਗ ਲਰਨਿੰਗ ਪ੍ਰੋਸੈਸ ਦੇ ਵਿੱਚ ਜਿਹੜੀ ਇਹ ਸਾਈਕੋਲੋਜੀ ਆ ਉਹ ਕਿਵੇਂ ਕੰਮ ਕਰਦੀ ਆ, ਕਿਵੇਂ ਟੀਚਿੰਗ ਏਰੀਆ ਦੇ ਵਿੱਚ, ਲਰਨਿੰਗ ਏਰੀਆ ਦੇ ਵਿੱਚ ਅਤੇ ਪ੍ਰੋਸੈਸ ਦੇ ਵਿੱਚ ਇਹ ਜਿਹੜਾ ਸਿਧਾਂਤ ਆ ਉਹ ਚੱਲਦਾ ਹੈ। ਤਾਂ ਅੱਜ ਦੀ ਵੀਡੀਓ 'ਚ ਸਿਰਫ ਇੰਨਾ ਹੀ। ਓਕੇ, ਫਿਰ ਮਿਲਦੇ ਹਾਂ ਅਗਲੀ ਵੀਡੀਓ ਵਿੱਚ। ਥੈਂਕਸ।